ਮੈਂ ਇਹ ਸਮਝਦਾ ਕਿ ਇੱਕ ਕੈਨੇਡੀਅਨ ਗਵਰਨਮੈਂਟ ਜਸਟਿਨ ਟਰੂਡੋ ਗਵਰਨਮੈਂਟ ਦੀ ਪੂਰੀ ਨਾਕਾਮੀ ਹੈ ਕਿ ਉਹਨਾਂ ਨੇ 2 ਸਾਲ ਪਹਿਲਾਂ ਇਸ ਗੱਲ ਨੂੰ ਤਵੱਜੋ ਕਿਉਂ ਨਹੀਂ ਦਿੱਤੀ। ਕਿਹੜੇ ਸਬੂਤ ਨੇ ਇੰਡੀਆ ਤੁਹਾਡੇ ਕੋਲ ਜਿਹਦੇ ਬੇਸਿਸ ਤੇ ਤੁਸੀਂ ਕਹਿ ਰਹੇ ਹੋ ਵੀ ਇਹ ਟੈਰਰਿਸਟ ਹੈ? ਇਹ ਗੱਲ ਉਸ ਵੇਲੇ ਸੋਲਵ ਕਰਨੀ ਚਾਹੀਦੀ ਸੀ ਤਾਂ ਹੋ ਸਕਦਾ ਨਿੱਜਰ ਸਾਡੇ ਵਿੱਚ ਹੁੰਦੇ। ਲੀਡਰਸ਼ਿਪ ਆਪਣੇ ਆਪ ਨੂੰ ਕਹਾਂਦਾ ਪਿਆ ਪੰਨੂ, ਲੇਕਿਨ ਇਦਾਂ ਦੀ ਸਟੇਟਮੈਂਟ ਦੇਣਾ ਕਿੰਨੀ ਕੁ ਜਾਇਜ਼ ਹੈ? ਟਰੂਡੋ ਨੂੰ ਉਹਨਾਂ ਦੀ ਸਪੋਰਟ ਬਹੁਤ ਜ਼ਰੂਰੀ ਚਾਹੀਦੀ ਹੈ। ਇਹ ਪੋਲਿਟਿਕਸ ਖੇਡੀ ਜਾ ਰਹੀ ਹੈ ਸਾਡੀ ਮਿਨੋਰਿਟੀ ਕਮਿਊਨਿਟੀ ਨਾਲ, ਜਿਵੇਂ ਇੰਦਰਾ ਗਾਂਧੀ ਨੇ ਖੇਡੀ ਸੀ ਸਾਡੇ 84 ਵਿੱਚ, ਜਿਵੇਂ ਇੰਦਰਾ ਗਾਂਧੀ ਨੇ ਖੇਡੀ ਸੀ। ਹੁਣ ਟਰੂਡੋ ਸਾਹਿਬ ਵੀ ਲੱਗਦਾ ਉਹੀ ਗੇਮ ਖੇਡਣ ਲੱਗੇ ਨੇ। ਕਿਸੇ ਦੀ ਵੀ ਕਿਲਿੰਗ ਕਰਨੀ ਖਾਸ ਕਰ ਗੁਰਦੁਆਰੇ ਦੇ ਬਾਹਰ ਬਿਲਕੁਲ ਗਲਤ ਹੈ। ਆਉਣ ਵਾਲੇ ਸਮੇਂ ਵਿੱਚ ਮੈਂ ਸਮਝਦਾ ਕਿ ਨੈਗੇਟਿਵ ਇਫੈਕਟ ਪੈਣੇ ਨੇ। ਟਰੂਡੋ ਸਾਨੂੰ ਇਵੇਂ ਯੂਜ਼ ਨਾ ਕਰ ਰਿਹਾ ਹੋਏ ਕਿ ਪੋਲੀਟੀਕਲ ਗੇਨ ਵਾਸਤੇ ਯੂਜ਼ ਕਰਕੇ ਇੱਕ ਬਿਆਨ ਦੇ ਕੇ ਤੇ ਜਜ਼ਬਾਤਾਂ ਨਾਲ ਖੇਡ ਕੇ ਤੇ ਫਿਰ ਸਾਨੂੰ ਬੱਸ ਦੇ ਥੱਲੇ ਸੁੱਟ ਦੇ ਬਿਨਾਂ ਕਿਸੇ ਸਬੂਤ ਤੋਂ। ਇਹ ਇੱਕ ਅੰਤਰਰਾਸ਼ਟਰੀ ਲੈਵਲ ਦੇ ਲੀਡਰ ਨੂੰ ਸ਼ੋਭਾ ਨਹੀਂ ਦਿੰਦਾ। ਐਲੀਗੇਸ਼ਨਸ ਦੇ ਬੇਸ ਤੇ ਬਿਨਾਂ ਤੁਸੀਂ ਹੁਣ ਅੱਜ 3 ਮਹੀਨੇ ਦੇ ਹੋ ਗਿਆ ਇਹ ਹਾਦਸਾ ਹੋਇਆ, ਮਰਡਰ ਹੋਏ, ਅੱਜ ਤੱਕ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ। ਇਹ ਤੇ ਲੱਗਦਾ ਹੈ ਕਿ ਪਰਸਨਲ ਜਿਹੀ ਇੱਥੇ ਗੱਲ ਸੀ, ਜਿੱਥੇ ਕਿ ਉਹ ਇੰਡੀਆ ਗਏ ਨੇ ਤੇ ਉੱਥੇ ਇੰਡੀਆ ਵਿੱਚ ਉਹਨਾਂ ਦੀ ਤਾਲਮੇਲ ਮੋਦੀ ਨਾਲ ਨਹੀਂ ਬੈਠਾ ਤੇ ਉਹ ਵਾਪਸ ਆ ਕੇ ਜਿਵੇਂ ਜਹਾਜ਼ ਵੀ ਖਰਾਬ ਹੋ ਗਿਆ ਤੇ ਉੱਥੇ ਕੋਈ ਇਹਨਾਂ ਨੂੰ ਵੱਡਾ ਮਿਲਿਆ ਵੀ, ਤੇ ਆਂਦੇ ਉਹਨਾਂ ਨੇ ਕਿਹਾ ਵੀ ਇਹ ਹੁਣ ਮੈਂ ਕੈਨੇਡਾ ਵਿੱਚ 8 ਲੱਖ ਦੇ ਕਰੀਬ ਸਿੱਖ ਰਹਿੰਦੇ ਨੇ। ਕਈਆਂ ਦੀ ਹੈ ਖਾਲਿਸਤਾਨੀ ਸੋਚ, ਖਾਲਿਸਤਾਨੀ ਵਿਚਾਰਧਾਰਾ, ਪਰ ਸਾਰਿਆਂ ਦੀ ਵੀ ਨਹੀਂ ਹੈ। ਨਫ਼ਰਤ ਜਾਂ ਧਾਰਮਿਕ ਰਿਲੀਜੀਅਸ ਬੇਸਿਸ ਤੇ ਜਿਹੜੇ ਵੀ ਕਮਿਊਨਿਟੀਜ਼ ਜਾਂ ਕੰਟਰੀਜ਼ ਬਣੇ ਨੇ ਉਹ ਕਦੇ ਵੀ ਸਕਸੈਸਫੁਲ ਨਹੀਂ ਹੋ ਸਕੇ। ਤੁਸੀਂ ਆਪਣਾ ਪਾਕਿਸਤਾਨ ਵੇਖ ਲਓ। ਟਰੂਡੋ ਨੇ ਪੂਰੀ ਕੋਸ਼ਿਸ਼ ਕੀਤੀ ਕਿ G20 ਵਿੱਚ ਇਹ ਮਸਲਾ ਉਠਾਇਆ ਜਾਏ। ਉਹਨਾਂ ਨੇ ਅਮਰੀਕਾ ਨੂੰ ਵੀ ਕਿਹਾ, ਇੰਗਲੈਂਡ ਨੂੰ ਵੀ ਕਿਹਾ, ਆਸਟ੍ਰੇਲੀਆ ਨੂੰ ਵੀ ਕਿਹਾ। ਉਹਨਾਂ ਨੇ ਕਿਹਾ ਇਹ ਤੁਹਾਡੀ ਇਨਵੈਸਟੀਗੇਸ਼ਨ ਹੈ, ਤੁਸੀਂ ਜਾਣੋ ਜੀ, ਤੁਸੀਂ ਕਰਨਾ ਹੈ। ਵੀ ਆਰ ਨਾਟ ਗੋਇੰਗ ਟੂ ਗੈਟ ਇਨਵੋਲਵਡ ਇਨ ਇਟ। ਜਦੋਂ ਕੋਈ ਗੱਲਬਾਤ ਕਰਦਾ ਉਹਦੀ ਬੋਡੀ ਲੈਂਗੁਏਜ ਤੋਂ ਪਛਾਣਿਆ ਜਾਂਦਾ ਹੈ। ਜਸਟਿਨ ਟਰੂਡੋ ਸਾਹਿਬ ਦੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਹੈ ਕਿ ਕਹਿ ਕੇ ਫਸ ਗਏ ਨੇ। ਬਈ ਜਦ ਤੁਹਾਡੇ ਕੋਲ ਕੋਈ ਪ੍ਰੂਫ ਹੀ ਨਹੀਂ ਹੈ ਤਾਂ ਹਾਲੀ ਤੁਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਨੀ ਹੈ ਤੇ ਤੁਸੀਂ ਉਸ ਤੋਂ ਪਹਿਲਾਂ ਹੀ ਕਿਵੇਂ ਇੰਨੀ ਵੱਡੀ ਸਟੇਟਮੈਂਟ ਦੇਤੀ ਵੀ ਇੰਡੀਆ ਇਨਵੋਲਵਸ, ਤੇ ਇਹ ਕਹਿਣਾ ਜੀ ਹਿੰਦੂ ਸਾਰੇ ਕੈਨੇਡਾ ਤੋਂ ਨਿਕਲ ਜਾਓ, ਇਹ ਤੇ ਇੱਕ ਫੈਂਟੇਸੀ ਹੈ ਜਿਹਨੂੰ ਕਹਿੰਦੇ ਬਚਕਾਨਾ ਜੀ ਸਟੇਟਮੈਂਟ। ਸਤਿ ਸ਼੍ਰੀ ਅਕਾਲ, ਆਦਾਬ, ਸਲਾਮ। ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ, ਦੇਸ਼ ਵਿਦੇਸ਼ ਦੇ ਮੁੱਦੇ। ਮੈਂ ਤੁਹਾਡਾ ਆਪਣਾ ਵਰਿੰਦਰ ਸਿੰਘ। ਅੱਜ ਸਾਡੇ ਨਾਲ ਨੇ ਜਸਦੀਪ ਸਿੰਘ ਜੈਸੀ, ਸਿੱਖ ਲੀਡਰ ਨੇ ਯੂਨਾਈਟਿਡ ਸਟੇਟ ਅਮਰੀਕਾ ਦੇ ਵਿੱਚ, ਪੋਲੀਟੀਕਲ ਐਨਾਲਿਸਟ। ਗੱਲਬਾਤ ਕਰਦੇ ਹਾਂ ਜੋ ਸਾਡਾ ਇਸ ਟਾਈਮ ਮੁੱਦਾ ਚੱਲ ਰਿਹਾ, ਜੋ ਕਾਫੀ ਭਖਿਆ ਹੋਇਆ G20 ਤੋਂ ਬਾਅਦ ਜਸਟਿਨ ਟਰੂਡੋ ਦੇ ਨਾਲ ਕੈਨੇਡਾ ਗਵਰਨਮੈਂਟ ਤੇ ਇੰਡੀਅਨ ਗਵਰਨਮੈਂਟ ਦੇ ਵਿੱਚ। ਜਸਦੀਪ ਜੀ, ਪਹਿਲਾਂ ਤੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ। ਥੈਂਕ ਯੂ। ਸਾਰੇ ਅਮੇਜ਼ਿੰਗ ਟੀਵੀ ਵੇਖਣ ਦਾ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਸਦੀਪ ਜੀ, ਮੁੱਦਾ ਬੜਾ ਗਮਰਾਇਆ ਹੋਇਆ, ਕੀ ਕਹੋਗੇ ਇਹਦੇ ਬਾਰੇ? ਇੰਡੀਆ ਦੇ ਤੇ ਕੈਨੇਡਾ ਦੇ ਰਿਲੇਸ਼ਨਸ਼ਿਪ ਦੇ ਬਾਰੇ ਇਲਜ਼ਾਮ ਲਗਾਣੇ ਕਿਸ ਤਰ੍ਹਾਂ ਦੇਖਦੇ ਹੋ? ਇਹਦਾ ਅੰਤ ਕੀ ਹੋ ਸਕਦਾ ਇਸ ਤੋਂ ਵੀ ਜ਼ਿਆਦਾ ਕਿ ਉਹਨਾਂ ਨੇ ਆਪਣੀ ਐਮਬੈਸੀ ਦੇ ਵਿੱਚੋਂ, ਕੈਨੇਡਾ ਨੇ, ਕਿ ਆਪਣੇ ਉੱਥੋਂ ਕਹਿ ਕੇ ਸਾਰੇ ਬਾਹਰ ਕੱਢ ਦਿਓ? ਕਿਸ ਤਰ੍ਹਾਂ ਦੇਖਦੇ ਹੋ? ਇਹ ਇੱਕ ਬਹੁਤ ਹੀ ਡੈਲੀਕੇਟ ਸਿਚੁਏਸ਼ਨ ਚੱਲ ਰਹੀ ਹੈ, ਬਹੁਤ ਹੀ ਸੀਰੀਅਸ ਸਿਚੁਏਸ਼ਨ ਹੈ। ਇਹਨਾਂ ਕੈਨੇਡਾ ਔਰ ਭਾਰਤ ਦਾ ਜਿਹੜੇ ਰਿਲੇਸ਼ਨਸ਼ਿਪ ਨੇ ਉਹ ਕਦੇ ਵੀ ਇਸ ਹੱਦ ਤੱਕ ਨਹੀਂ ਡਿੱਗੇ ਹਿਸਟਰੀ ਵਿੱਚ। ਪਹਿਲੀ ਵਾਰ ਹੈ ਕਿ ਇਹ ਬਹੁਤ ਹੀ ਜਿਹੜੇ ਰਿਲੇਸ਼ਨਸ਼ਿਪ ਨੇ ਬੜੇ ਲੋਐਸਟ ਲੈਵਲ 'ਤੇ ਚਲੇ ਗਏ ਨੇ। ਔਰ ਜਦ ਕਿ ਪੰਜਾਬ ਖਾਸ ਕਰ ਦਾ ਕੈਨੇਡਾ ਨਾਲ ਇੱਕ ਬਹੁਤ ਵੱਡਾ ਰਿਸ਼ਤਾ ਹੈ। ਸਾਡੇ ਬੱਚੇ ਇੱਥੇ ਪੜ੍ਹਨ ਆਉਂਦੇ ਨੇ, ਟਰੇਡ ਇੰਡੀਆ ਨਾਲ ਕਾਫੀ ਕੈਨੇਡਾ ਕਰ ਰਿਹਾ, ਉਹਦੇ ਉੱਪਰ ਇਹਦਾ ਅਸਰ ਪੈ ਰਿਹਾ ਹੈ। ਔਰ ਇਹਦਾ ਆਉਣ ਵਾਲੇ ਸਮੇਂ ਵਿੱਚ ਮੈਂ ਸਮਝਦਾ ਕਿ ਨੈਗੇਟਿਵ ਇਫੈਕਟ ਪੈਣੇ ਨੇ, ਕੋਈ ਚੰਗਾ ਇਹਦਾ ਇਫੈਕਟ ਨਹੀਂ ਪੈਣਾ। ਕਿਉਂਕਿ ਸਾਡੇ ਉੱਥੇ, ਕਿਉਂਕਿ ਇੱਕ ਕੈਨੇਡਾ ਨੂੰ ਦੂਜਾ ਪੰਜਾਬ, ਦੂਜਾ ਭਾਰਤ ਕਿਹਾ ਜਾਂਦਾ, ਕਿਉਂਕਿ ਸਾਰੇ ਆਪਣਾ ਪੰਜਾਬੀ ਉੱਥੇ ਵੱਸਦੇ ਨੇ। ਵੀਜ਼ੇ ਵੀ ਅਪਲਾਈ ਕੀਤੇ ਹੋਏ ਨੇ ਲੋਕਾਂ ਨੂੰ, ਉਹਨਾਂ ਦੇ ਰਿਫਿਊਜ਼ਲ ਵੀ ਆ ਸਕਦੇ ਨੇ। ਹੋਰ ਕੀ ਬਿਜ਼ਨਸ ਦੇ ਵਿੱਚ ਕੀ ਗੁਰਾ ਦੇਖਣ ਨੂੰ ਮਿਲੇਗਾ? ਦੇਖੋ ਜੀ, ਕੈਨੇਡਾ ਨੂੰ ਨਾਲ ਬਹੁਤ ਅੱਛੇ ਆਉਣਾ ਜਾਣਾ ਸੀ, ਲੋਕ ਵੀਜ਼ੇਜ਼ ਜਾਂਦੇ ਸੀ, ਆਉਂਦੇ ਸੀ, ਟੂਰਿਸਟ ਡੈਸਟੀਨੇਸ਼ਨ ਸੀ ਭਾਰਤ ਤੋਂ। ਔਰ ਕੈਨੇਡਾ ਦੀ ਭਾਰਤ ਵਿੱਚ ਕਾਫੀ ਇਨਵੈਸਟਮੈਂਟ ਵੀ ਹੋਈ ਹੋਈ ਹੈ। ਕੈਨੇਡਾ ਦਾ ਜਿਹੜਾ ਫੈਡਰਲ ਫੰਡਿੰਗ, ਉਹਨਾਂ ਦਾ ਜਿਹੜਾ ਪੈਨਸ਼ਨ ਫੰਡ ਹੈ, ਉਹਨਾਂ ਨੇ ਇੰਡੀਆ ਵਿੱਚ ਇਨਵੈਸਟ ਕੀਤਾ ਹੋਇਆ, ਜਿਹੜਾ ਕਿ $2 ਬਿਲੀਅਨ ਦੇ ਕਰੀਬ ਹੈ।
ਔਰ ਕਾਫੀ ਐਕਸਪੋਰਟ ਇੰਪੋਰਟ ਹੁੰਦਾ ਹੈ ਇੰਡੀਆ ਤੋਂ, ਸਮਾਰਟਫੋਨਸ ਐਂਡ ਇਲੈਕਟ੍ਰੋਨਿਕ ਚਿਪਸ, ਔਰ ਕਾਫੀ ਸਮਾਨ ਇੰਡੀਆ ਤੋਂ ਆਉਂਦਾ ਹੈ। ਅਤੇ ਕੈਨੇਡਾ ਤੋਂ ਵੀ ਕਾਫੀ ਸਮਾਨ ਇੰਡੀਆ ਜਾਂਦਾ ਹੈ, ਜਿਵੇਂ ਲੈਂਟਲਸ ਹੋ ਗਈਆਂ, ਹੋਰ ਸਮਾਨ ਹੋ ਗਿਆ। ਅਤੇ ਇਹਦਾ ਬਹੁਤ ਹੀ, ਜਿਵੇਂ ਮੈਂ ਅੱਗੇ ਵੀ ਕਿਹਾ, ਬੜਾ ਸੀਰੀਅਸ ਇੰਪੈਕਟ ਪੈ ਸਕਦਾ ਹੈ ਦੋਵਾਂ ਕੰਟਰੀਜ਼ ਦੇ ਰਿਲੇਸ਼ਨਸ਼ਿਪ ਦੇ ਉੱਪਰ। ਔਰ ਜਿਵੇਂ ਉਹਨਾਂ ਨੇ ਐਕਸਪੈਲ ਕੀਤਾ ਹੈ, ਔਰ ਨਾਲ ਹੀ ਇੰਡੀਆ ਨੇ ਵੀ ਇੱਕ ਡਿਪਲੋਮੈਟ ਐਕਸਪੈਲ ਕਰਤਾ ਹੈ। ਕੈਨੇਡਾ ਦੀ ਤਾਂ ਆਲਰੇਡੀ ਟਰੈਵਲ ਐਡਵਾਈਜ਼ਰੀ ਲਾਗੂ ਸੀ, ਪਰ ਇੰਡੀਆ ਨੇ ਵੀ ਹੁਣ ਪਹਿਲੀ ਵਾਰੀ ਟਰੈਵਲ ਐਡਵਾਈਜ਼ਰੀ ਲਾਗੂ ਕਰਤੀ ਹੈ ਕਿ ਜਦੋਂ ਕੈਨੇਡਾ ਜਾਓ ਤਾਂ ਤੁਸੀਂ ਆਪਣੀ ਸੁਰੱਖਿਆ ਦਾ ਖਿਆਲ ਆਪ ਰੱਖੋ। ਅਤੇ ਇਹ ਬੜੀ ਨੈਗੇਟਿਵ ਗੱਲਾਂ ਨੇ ਜਿਹੜਾ ਦੋਵਾਂ ਮੁਲਕਾਂ ਦੇ ਵਿੱਚ ਹੋ ਰਹੀਆਂ। ਜਸਦੀਪ ਜੀ, ਕਿ ਜੇ ਉਹ ਹਾਲਾਤ ਨੇ ਇਸ ਟਾਈਮ ਬਣੇ ਹੋਏ ਨੇ, ਜੋ ਇਹ ਕਿਉਂ ਖਰਾਬ ਹੋਏ? ਸਟੇਟਮੈਂਟ ਕਰਨੀ ਕਿਉਂ ਜਾਰੀ ਕਰਨੀ ਪਈ ਕਿ ਜਿਹਦੇ ਵਿੱਚ ਕੋਈ ਪ੍ਰੂਫ ਨਹੀਂ, ਕੋਈ ਤੱਥ ਨਹੀਂ? ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਜਿਵੇਂ ਤੁਹਾਨੂੰ ਪਤਾ ਹੀ ਹੈ, ਜਦੋਂ ਹਰਦੀਪ ਸਿੰਘ ਨਿੱਜਰ ਜੀ ਦਾ ਜਦੋਂ ਕਤਲ ਕੀਤਾ ਗਿਆ ਸੀ, ਸਿੱਖਸ ਆਫ ਅਮਰੀਕਾ ਨੇ ਉਸ ਵੇਲੇ ਇਹਦੀ ਆਲੋਚਨਾ ਕੀਤੀ ਸੀ। ਅਸੀਂ ਇਹਨੂੰ ਕ੍ਰਿਟੀਸਾਈਜ਼ ਕੀਤਾ ਸੀ। ਅਸੀਂ ਕਿਹਾ ਸੀ ਬਹੁਤ ਗਲਤ ਹੋਇਆ, ਕਿਉਂਕਿ ਕਿਸੇ ਦੀ ਵੀ ਕਿਲਿੰਗ ਕਰਨੀ, ਖਾਸ ਕਰ ਗੁਰਦੁਆਰੇ ਦੇ ਬਾਹਰ, ਉਹ ਬਿਲਕੁਲ ਗਲਤ ਹੈ। ਔਰ ਇਹਦਾ ਮਤਲਬ ਇਹ ਨਹੀਂ ਕਿ ਇੰਡੀਆ ਨਹੀਂ ਕੀਤੀ, ਪਰ ਅਸੀਂ ਕੋਈ ਵੀ ਕਿਲਿੰਗ ਨੂੰ, ਹਰਦੀਪ ਨਿੱਜਰ ਦੀ ਕਿਲਿੰਗ ਨੂੰ ਅਸੀਂ ਬਿਲਕੁਲ ਕੰਡੈਮ ਕਰਦੇ ਹਾਂ, ਔਰ ਉਸ ਵੇਲੇ ਵੀ ਕੀਤਾ ਸੀ, ਹੁਣ ਵੀ ਕਰਦੇ ਹਾਂ। ਪਰ ਇਹਦੇ ਵਿੱਚ ਕੋਈ ਜਿਹਨੂੰ ਕਹਿੰਦੇ ਨਾ ਬਲੈਕ ਐਂਡ ਵਾਈਟ ਸਿਚੁਏਸ਼ਨ ਨਹੀਂ ਹੈ, ਇਹਦੇ 'ਚ ਕਈ ਗ੍ਰੇ ਦੇ ਹਿੱਸੇ ਨੇ। ਸਾਨੂੰ ਦੇਖਣਾ ਪਏਗਾ ਕਿ ਜੇ ਹਰਦੀਪ ਨਿੱਜਰ ਜੇ ਇੰਡੀਆ ਵਿੱਚ ਉਹ ਟੈਰਰਿਸਟ ਡਿਕਲੇਅਰ ਹੋ ਚੁੱਕੇ ਸਨ 2 ਸਾਲ ਪਹਿਲਾਂ, ਉਹਨਾਂ ਦੇ ਉੱਪਰ ਇਨਾਮ ਵੀ ਸੀ, ਅਤੇ ਉੱਥੇ ਹੀ ਉਹ ਕੈਨੇਡਾ ਵਿੱਚ ਇੱਕ ਸਿੱਖ ਲੀਡਰ ਦੇ ਤੌਰ 'ਤੇ ਸੀ, ਗੁਰਦੁਆਰੇ ਦੇ ਪ੍ਰਧਾਨ ਵੀ ਸੀ। ਅਤੇ ਇਹਦੇ ਵਿੱਚ ਉਹ ਕੋਈ ਨਵੀਂ ਗੱਲ ਨਹੀਂ ਹੈ। ਇੰਡੀਆ ਨੇ ਉਹਨਾਂ ਨੂੰ 2 ਸਾਲ ਪਹਿਲੇ ਟੈਰਰਿਸਟ ਡਿਕਲੇਅਰ ਕੀਤਾ ਸੀ, ਉਹਨਾਂ ਦੇ ਉੱਪਰ ਇਨਾਮ ਵੀ ਰੱਖਿਆ ਹੋਇਆ ਸੀ ਜਿਹੜਾ ਵੀ ਉਹਨਾਂ ਨੂੰ ਫੜੇਗਾ। ਔਰ ਦੂਜਾ, ਪਹਿਲਾਂ ਵੀ ਉਹਨਾਂ ਦੇ ਉੱਪਰ ਇੰਡੀਆ ਵਿੱਚ ਕੇਸਿਸ ਚੱਲ ਰਹੇ ਸੀ। ਔਰ ਮੈਂ ਇਹ ਸਮਝਦਾ ਕਿ ਇੱਕ ਕੈਨੇਡੀਅਨ ਗਵਰਨਮੈਂਟ, ਜਸਟਿਨ ਟਰੂਡੋ ਗਵਰਨਮੈਂਟ ਦੀ ਪੂਰੀ ਨਾਕਾਮੀ ਹੈ ਕਿ ਉਹਨਾਂ ਨੇ 2 ਸਾਲ ਪਹਿਲਾਂ ਹੀ ਇਸ ਗੱਲ ਨੂੰ ਤਵੱਜੋ ਕਿਉਂ ਨਹੀਂ ਦਿੱਤੀ। ਜਦ ਤੁਸੀਂ ਕਹਿੰਦੇ ਹੋ ਕਿ ਇੱਕ ਸਾਡੇ ਜੀ ਕੈਨੇਡੀਅਨ ਸਿਟੀਜ਼ਨ ਦੇ ਉੱਪਰ ਜੇ ਇੰਡੀਆ ਨੇ ਉਸ ਵੇਲੇ ਇਲਜ਼ਾਮ ਲਾਇਆ ਸੀ, ਤੁਹਾਨੂੰ ਕਿਹਾ ਸੀ ਕਿ ਇਹ ਕੈਨੇਡੀਅਨ ਸਿਟੀਜ਼ਨ ਹੈ ਅਤੇ ਇਹਦੇ ਉੱਪਰ ਇਹ ਇਲਜ਼ਾਮ ਅਸੀਂ ਲਾਏ ਹੋਏ ਨੇ, ਤੁਸੀਂ ਇਹਦੇ ਉੱਪਰ ਉਸ ਵੇਲੇ ਐਕਟ ਕਰਨਾ ਚਾਹੀਦਾ ਸੀ। ਤੁਸੀਂ ਇੰਡੀਅਨ ਐਂਬੈਸਡਰ ਨੂੰ ਉਸ ਵੇਲੇ ਬੁਲਾਉਂਦੇ, ਨਿੱਜਰ ਨੂੰ ਬੁਲਾਉਂਦੇ, ਕਹਿੰਦੇ ਜੀ ਗੱਲ ਕਰੋ, ਇਹਦੇ ਉੱਪਰ ਕਿਹੜੇ ਸਬੂਤ ਨੇ ਇੰਡੀਆ ਤੁਹਾਡੇ ਕੋਲ ਜਿਹਦੇ ਬੇਸਿਸ 'ਤੇ ਤੁਸੀਂ ਕਹਿ ਰਹੇ ਹੋ ਵੀ ਇਹ ਟੈਰਰਿਸਟ ਹੈ। ਇਹ ਗੱਲ ਉਸ ਵੇਲੇ ਸੋਲਵ ਕਰਨੀ ਚਾਹੀਦੀ ਸੀ। ਤਾਂ ਹੋ ਸਕਦਾ ਅੱਜ ਨਿੱਜਰ ਸਾਡੇ ਵਿੱਚ ਹੁੰਦੇ, ਅੱਜ ਇਹ ਗੱਲ ਇੱਥੇ ਤੱਕ ਪਹੁੰਚਦੀ ਨਹੀਂ। ਪਰ ਇਹ ਨਾਕਾਮੀ ਹੈ ਟਰੂਡੋ ਗਵਰਨਮੈਂਟ ਦੀ, ਜਾਂ ਜਾਣ ਬੁੱਝ ਕੇ ਜਿਹਨੂੰ ਕਹਿੰਦੇ ਨੇ ਬਈ ਇਗਨੋਰ ਕਰੀ ਜਾਓ, ਜਿਹੜੇ ਮਸਲੇ ਬਣਦੇ ਨੇ ਉਹਨੂੰ ਬਣੀ ਦੇਣ ਦਿਓ। ਅਤੇ ਇਹ ਸਾਡੀ ਕੌਮ ਜਿਹੜੀ ਨਾ, ਸਾਨੂੰ ਇਹਨਾਂ ਚੀਜ਼ਾਂ ਤੋਂ ਬੜਾ ਬਚ ਕੇ ਰਹਿਣਾ ਪਏਗਾ, ਕਿਉਂਕਿ ਸਾਨੂੰ ਕਈ ਵਾਰੀ ਯੂਜ਼ ਕੀਤਾ ਗਿਆ ਹੈ ਕੌਮ ਨੂੰ ਪੋਲੀਟੀਕਲ ਗੇਨ ਵਾਸਤੇ। ਜੀ ਬਿਲਕੁਲ, ਅਸੀਂ ਗੱਲਬਾਤ ਕਰਦੇ ਹਾਂ ਕਿ ਇੱਕ ਸਾਡਾ ਨੌਜਵਾਨ ਸਿੱਖ ਚਿਹਰਾ ਜੋ ਉੱਥੇ ਪੋਲੀਟੀਸ਼ੀਅਨ ਵੀ ਹੈ, ਉਹਦੇ ਪਿੱਛੇ ਕੁਝ ਪੋਲੀਟੀਸ਼ੀਅਨ MP ਉਹਦੇ ਨਾਲ ਨੇ। ਬਿਲਕੁਲ, ਮੈਂ ਉਸੇ ਵਾਲੀ ਆ ਰਿਹਾ ਸਾਂ ਕਿ ਇਸ ਵੇਲੇ ਇਹ ਪੋਲੀਟੀਕਲ ਗੇਮ ਚੱਲ ਰਹੀ ਹੈ। ਟਰੂਡੋ ਨੂੰ ਆਪਣੀ ਪੋਲੀਟਿਕਸ ਚਮਕਾਉਣ ਵਾਸਤੇ ਉਹਨੂੰ, ਕਿਉਂਕਿ ਜਗਮੀਤ ਸਿੰਘ ਹੈ ਉੱਥੇ, ਜਿਨ੍ਹਾਂ ਦਾ ਕਿ ਬੈਕਗਰਾਊਂਡ ਪੂਰਾ ਖਾਲਿਸਤਾਨ ਦੇ ਨਾਲ ਜੁੜਿਆ, ਉਹਨਾਂ ਦੇ ਪਿਤਾ ਜੀ ਵੀ ਖਾਲਿਸਤਾਨ ਵਿੱਚ ਕਾਫੀ ਇਨਵੋਲਵ ਰਹੇ ਨੇ। ਔਰ ਉਹਨਾਂ ਦੇ ਕੋਲ ਇਸ ਵੇਲੇ 25 ਤੋਂ ਉੱਪਰ ਮੈਂਬਰ ਪਾਰਲੀਮੈਂਟ ਨੇ ਜਿਨ੍ਹਾਂ ਨੇ ਕਿ ਟਰੂਡੋ ਗਵਰਨਮੈਂਟ ਨੂੰ ਸਪੋਰਟ ਦਿੱਤੀ ਹੋਈ ਹੈ। ਔਰ ਟਰੂਡੋ ਨੂੰ ਉਹਨਾਂ ਦੀ ਸਪੋਰਟ ਬਹੁਤ ਜ਼ਰੂਰੀ ਚਾਹੀਦੀ ਹੈ। ਇਹ ਪੋਲੀਟਿਕਸ ਖੇਡੀ ਜਾ ਰਹੀ ਹੈ ਸਾਡੀ ਇੱਕ ਮਿਨੋਰਿਟੀ ਕਮਿਊਨਿਟੀ ਨਾਲ, ਜਿਵੇਂ ਇੰਦਰਾ ਗਾਂਧੀ ਨੇ ਖੇਡੀ ਸੀ ਸਾਡੇ ਨਾਲ 84 ਵਿੱਚ, ਜਿਵੇਂ ਇੰਦਰਾ ਗਾਂਧੀ ਨੇ ਖੇਡੀ ਸੀ। ਹੁਣ ਟਰੂਡੋ ਸਾਹਿਬ ਵੀ ਲੱਗਦਾ ਉਹੀ ਗੇਮ ਖੇਡਣ ਲੱਗੇ ਨੇ। ਪਰ ਇਹਦੇ ਵਿੱਚ ਸਾਡੇ ਜਿਹੜੇ ਲੀਡਰ ਨੇ ਉਹਨਾਂ ਨੂੰ ਬੜਾ ਸੋਚ ਸਮਝ ਕੇ ਇਸ ਵੇਲੇ ਚੱਲਣ ਦੀ ਲੋੜ ਹੈ, ਕਿਉਂਕਿ ਇਹ ਚੀਜ਼ਾਂ ਕਈ ਵਾਰੀ ਕੌਮ ਵਾਸਤੇ ਬੈਕਫਾਇਰ ਵੀ ਕਰ ਜਾਂਦੀਆਂ ਨੇ। ਉਹਦਾ ਮੈਂ ਐਗਜ਼ਾਮਪਲ ਦਿਆਂਗਾ। ਅਮਰੀਕਾ ਵਿੱਚ ਤੁਸੀਂ ਦੇਖਿਆ 2 ਸਾਲ ਪਹਿਲੇ ਬਲੈਕ ਲਾਈਵਸ ਮੈਟਰ ਮੂਵਮੈਂਟ ਸ਼ੁਰੂ ਹੋਈ ਸੀ, ਜਿਹਨੂੰ ਕਿ ਲਿਬਰਲਸ ਨੇ ਆਪਣੇ ਅੰਡਰ ਵਿੰਗਸ ਅੰਡਰ ਲੈ ਕੇ ਤੇ ਕਾਲਿਆਂ ਦੇ, ਸਾਡੇ ਬਲੈਕ ਜਿਹੜੇ ਅਮਰੀਕਨ ਦੇ, ਉਹਨਾਂ ਦੇ ਰਾਈਟਸ ਵਾਸਤੇ ਇੱਥੇ ਸ਼ੁਰੂਆਤ ਕਰਤੀ ਸੀ। ਔਰ ਹਰ ਲਿਬਰਲ ਉਹਦੇ ਨਾਲ ਉਹਨੂੰ ਟੇਕ ਓਵਰ ਕਰ ਗਿਆ ਸੀ। ਅੱਜ 2.5 ਸਾਲ ਬਾਅਦ ਅੱਜ ਜਿਹੜੀ ਇੱਥੇ ਦੀ ਬਲੈਕ ਕਮਿਊਨਿਟੀ ਉਹ ਕਹਿੰਦੀ ਹੈ ਕਿ ਉਹ ਸਾਰਾ ਕੁਝ ਜਿਹੜਾ ਸੀ ਉਹ ਬੈਕਫਾਇਰ ਹੋਇਆ। ਸਾਡੀ ਕਮਿਊਨਿਟੀ ਹੋਰ ਪਿੱਛੇ ਚਲੀ ਗਈ ਹੈ। ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਸਨ ਉਹਦੇ 'ਚ ਅਸੀਂ ਹੋਰ ਪਿੱਛੇ ਚਲੇ ਗਏ ਹਾਂ। ਅਤੇ ਇਹੀ ਮੇਰੇ ਹਿਸਾਬ ਨਾਲ ਅਸੀਂ ਇਹੀ ਸਮਝਦੇ ਹਾਂ ਕਿ ਟਰੂਡੋ ਇਹ ਜੀ ਗੇਮ ਨਾ ਖੇਡ ਰਿਹਾ ਹੋਏ, ਕਿਉਂਕਿ ਆਪ ਵੀ ਬੜੇ ਲਿਬਰਲ ਅਤੇ ਲੈਫਟਿਸਟ ਨੇ। ਅਤੇ ਇੱਕ ਮਿਨੋਰਿਟੀ ਕਮਿਊਨਿਟੀ ਜਿਹੜੀ ਕੈਨੇਡਾ ਦੀ ਸਭ ਤੋਂ ਵੱਡੀ ਅਸੀਂ ਸਿੱਖ ਮਿਨੋਰਿਟੀ ਵਿੱਚ ਹਾਂ, ਸਾਨੂੰ ਇਵੇਂ ਯੂਜ਼ ਨਾ ਕਰ ਰਿਹਾ ਹੋਏ ਕਿ ਪੋਲੀਟੀਕਲ ਗੇਨ ਵਾਸਤੇ ਯੂਜ਼ ਕਰਕੇ ਇੱਕ ਬਿਆਨ ਦੇ ਕੇ ਅਤੇ ਜਜ਼ਬਾਤਾਂ ਨਾਲ ਖੇਡ ਕੇ ਅਤੇ ਫਿਰ ਸਾਨੂੰ
ਬੱਸ ਦੇ ਥੱਲੇ ਸੁੱਟਦੇ ਨੇ। ਜਸਦੀਪ ਜੀ ਕਿ ਕੈਨੇਡਾ ਦੀ ਜਿਹੜੀ ਪੋਪੂਲੇਸ਼ਨ ਸੀ ਉਹ ਇਸ ਟਾਈਮ ਜਿਹੜੇ ਉਹ ਕ੍ਰਾਈਸਿਸ ਬਹੁਤ ਫਸੇ ਹੋਏ ਸੀ ਇਸ ਟਾਈਮ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ G7 ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਸਾਡੀ ਮਦਦ ਕਰੋ, ਤੁਸੀਂ ਸਟੇਟਮੈਂਟ ਦਿਓ। G20 ਦੇ ਮੈਂਬਰ ਨੇ, ਉਹ ਕਿਸੇ ਨੇ ਕੋਈ ਬਾਂਹ ਨਹੀਂ ਫੜੀ, ਅਮਰੀਕਾ ਨੇ, ਯੂਰਪ ਨੇ, ਕੀ ਕਹੋਗੇ ਉਹਦੇ ਬਾਰੇ? ਦੇਖੋ ਜੀ, ਇੰਨਾ ਵੱਡਾ ਬਿਆਨ ਦੇਣਾ ਬਿਨਾਂ ਕਿਸੇ ਸਬੂਤ ਤੋਂ ਇਹ ਇੱਕ ਅੰਤਰਰਾਸ਼ਟਰੀ ਲੈਵਲ ਦੇ ਲੀਡਰ ਨੂੰ ਸ਼ੋਭਾ ਨਹੀਂ ਦਿੰਦਾ ਕਿ ਬਿਨਾਂ ਕਿਸੇ ਸਬੂਤ ਦੇ। ਜੇ ਤੁਸੀਂ ਉਹਨਾਂ ਦਾ ਬਿਆਨ ਸੁਣੋ, ਉਹਨਾਂ ਵਿੱਚ ਉਹਨਾਂ ਨੇ ਇਹ ਕਿਹਾ ਕਿ ਐਲੈਜਡ ਐਲੀਗੇਸ਼ਨਸ ਨੇ। ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਡੇ ਕੋਲ ਸਬੂਤ ਨਹੀਂ, ਬਈ ਐਲੀਗੇਸ਼ਨਸ ਨੇ। ਔਰ ਐਲੀਗੇਸ਼ਨਸ ਦੇ ਬੇਸ 'ਤੇ ਬਿਨਾਂ ਤੁਸੀਂ ਹੁਣ ਅੱਜ 3 ਮਹੀਨੇ ਦੇ ਹੋ ਗਿਆ ਇਹ ਹਾਦਸਾ ਹੋਏ, ਮਰਡਰ ਹੋਏ, ਅੱਜ ਤੱਕ ਇੱਕ ਵੀ ਗ੍ਰਿਫਤਾਰੀ ਨਹੀਂ ਹੋਈ। RCMP ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੂੰ ਤੁਸੀਂ ਪੁੱਛੋ ਤੇ ਉਹਨਾਂ ਕੋਲ ਹਾਲੇ ਤੱਕ ਕੋਈ ਇਹਦੇ ਬਾਰੇ ਜਾਣਕਾਰੀ ਨਹੀਂ ਹੈ ਕਿ ਨਹੀਂ ਕੀਤਾ ਹੈ। ਔਰ ਬਿਨਾਂ ਕਿਸੇ ਸਬੂਤ ਦੇ ਤੁਸੀਂ ਇੰਨਾ ਵੱਡਾ ਬਿਆਨ ਦੇ ਦਿਓ ਕਿਸੇ ਕੰਟਰੀ ਬਾਰੇ, ਇਹ ਤਾਂ ਲੱਗਦਾ ਕੋਈ ਪਰਸਨਲ ਜਿਹੀ ਇੱਥੇ ਗੱਲ ਸੀ। ਜਿੱਥੇ ਕਿ ਉਹ ਇੰਡੀਆ ਗਏ ਨੇ ਤੇ ਉੱਥੇ ਇੰਡੀਆ ਵਿੱਚ ਉਹਨਾਂ ਦੀ ਤਾਲਮੇਲ ਮੋਦੀ ਨਾਲ ਨਹੀਂ ਬੈਠਾ ਤੇ ਉਹ ਵਾਪਸ ਆ ਕੇ ਜਿਵੇਂ ਜਹਾਜ਼ ਵੀ ਖਰਾਬ ਹੋ ਗਿਆ ਤੇ ਉੱਥੇ ਕੋਈ ਇਹਨਾਂ ਨੂੰ ਵੱਡਾ ਮਿਲਿਆ ਵੀ ਨਹੀਂ। ਤੇ ਆਂਦੇ ਹੀ ਉਹਨਾਂ ਨੇ ਕਿਹਾ ਵੀ ਇਹ ਹੁਣ ਮੈਂ ਇਹਦਾ ਜਿਹੜਾ ਗੁਬਾਰ ਹੈ ਮੈਂ ਕਿਸ ਤਰ੍ਹਾਂ ਕੱਢਾਂ। ਤੇ ਆਂਦੇ ਹੀ ਜਗਮੀਤ ਮਿਲ ਗਿਆ ਤੇ ਉਹਨਾਂ ਨੇ ਕਿਹਾ ਜੀ ਚਲੋ ਪੋਲੀਟੀਕਲ ਇਹ ਹੋਏਗਾ ਤੇ ਉਹਨਾਂ ਨੇ ਇਹ ਕਰਤਾ। ਪਰ ਇਹਦੇ ਦੇਖੋ ਜਿਵੇਂ ਅੱਗੇ ਅਸੀਂ ਗੱਲ ਕਰ ਰਹੇ ਸੀ, ਇਹਦੇ ਬਹੁਤ ਜ਼ਿਆਦਾ ਇਹਦੇ ਕੌਨਸੀਕੁਐਂਸਿਸ ਹੋ ਸਕਦੇ ਨੇ। ਸਾਡੀ ਪੰਜਾਬ ਕੈਨੇਡਾ ਨਾਲ ਬਹੁਤ ਕਲੋਜ਼ਲੀ ਜੁੜਿਆ ਹੈ। ਕੈਨੇਡਾ ਵਿੱਚ 8 ਲੱਖ ਦੇ ਕਰੀਬ ਸਿੱਖ ਰਹਿੰਦੇ ਨੇ। ਕਈਆਂ ਦੀ ਹੈ ਖਾਲਿਸਤਾਨੀ ਸੋਚ, ਖਾਲਿਸਤਾਨੀ ਵਿਚਾਰਧਾਰਾ, ਪਰ ਸਾਰਿਆਂ ਦੀ ਵੀ ਨਹੀਂ ਹੈ। ਤੇ ਇਹ ਕਮਿਊਨਿਟੀ ਨੂੰ ਵੀ ਡਿਵਾਈਡ ਕਰ ਸਕਦਾ ਹੈ। ਇਸ ਕਰਕੇ ਅਸੀਂ ਸਾਰਿਆਂ ਨੂੰ ਜਿਨ੍ਹਾਂ ਦੀ ਸੋਚ ਜਿਹੜੀ ਹੈ ਭਾਵੇਂ ਉਹ ਰੈਡੀਕਲ ਨੇ ਜਾਂ ਭਾਵੇਂ ਉਹ ਮੋਡਰੇਟਸ ਨੇ, ਸਾਰਿਆਂ ਨੂੰ ਇਸ ਵੇਲੇ ਇਕੱਠੇ ਮਿਲ ਕੇ ਵਿਚਾਰ ਕਰਕੇ ਪਹਿਲਾਂ ਆਪਾਂ ਸਿੱਖੀ ਬਾਰੇ, ਆਪਣੇ ਜਿਹੜੇ ਪੰਜਾਬ ਵਿੱਚ ਲੋਕ ਬੈਠੇ ਉਹਨਾਂ ਬਾਰੇ ਪਹਿਲਾਂ ਸੇਫਗਾਰਡ ਕਰਕੇ ਸਿੱਖਾਂ ਦੇ ਇੰਟਰਸਟ, ਫਿਰ ਅਸੀਂ ਅੱਗੇ ਵਧੀਏ। ਜਸਦੀਪ ਜੀ, ਜਿਸ ਤਰ੍ਹਾਂ ਅਸੀਂ ਆਪਾਂ ਖਾਲਿਸਤਾਨ ਦੀ ਗੱਲ ਕਰਦੇ ਹਾਂ, ਅਰਦਾਸ ਹੁੰਦੀ ਖਾਲਿਸਤਾਨੀ ਦੀ, ਉੱਥੇ ਸ਼ੂ ਪਾਏ ਹੋਏ ਨੇ, ਬੂਟ ਪਾਏ ਹੋਏ ਨੇ, ਨੰਗੇ ਸਿਰ। ਜੇ ਕੋਈ ਆਮ ਬੰਦਾ ਕਰਦਾ ਉਹਨੂੰ ਫੜ ਲੈਂਦੇ ਨੇ ਕਿ ਤੂੰ ਨੰਗੇ ਸਿਰ, ਤੂੰ ਕਿਉਂ ਅਰਦਾਸ ਕੀਤੀ, ਬੂਟ ਪਾ ਕੇ ਤੂੰ ਕਿਉਂ ਅਰਦਾਸ ਕੀਤੀ। ਫਿਰ ਵੀਡੀਓ ਇੱਕ ਵਾਇਰਲ ਕਰਦੇ ਨਹੀਂ। ਜਿਹੜੇ ਹਿੰਦੂ ਨੇ ਉਹ ਇੱਥੋਂ ਜਾ ਸਕਦੇ ਨੇ ਕੈਨੇਡਾ ਦੇ ਵਿੱਚੋਂ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਕਿਸੇ ਦੂਜੀ ਕਮਿਊਨਿਟੀ ਨੂੰ ਕਹਿਣਾ ਤੁਸੀਂ ਇੱਥੋਂ ਜਾ ਸਕਦੇ ਹੋ ਜਾਂ ਨਫ਼ਰਤ ਫੈਲਾਣਾ ਇਹ ਬਿਲਕੁਲ ਅੱਛੀ ਗੱਲ ਨਹੀਂ ਹੈ। ਦੇਖੋ, ਇੱਕ ਨਫ਼ਰਤ ਜਾਂ ਧਾਰਮਿਕ ਰਿਲੀਜੀਅਸ ਬੇਸਿਸ 'ਤੇ ਜਿਹੜੇ ਵੀ ਕਮਿਊਨਿਟੀਜ਼ ਜਾਂ ਕੰਟਰੀਜ਼ ਬਣੇ ਨੇ ਉਹ ਕਦੇ ਵੀ ਸਕਸੈਸਫੁਲ ਨਹੀਂ ਹੋ ਸਕੇ। ਤੁਸੀਂ ਆਪਣਾ ਪਾਕਿਸਤਾਨ ਵੇਖ ਲਓ, ਉਹ ਇੱਕ ਨਫ਼ਰਤ ਤੇ ਰਿਲੀਜਨ ਦੀ ਬੇਸ 'ਤੇ ਬਣਿਆ ਸੀ, ਔਰ ਉਸ ਮਾਇਨੇ ਨਾਲ ਇੰਡੀਆ ਵੀ ਬਣਿਆ ਸੀ। ਪਰ ਅੱਜ ਤੱਕ ਅਸੀਂ ਦੇਖੋ ਉਸ ਦਾ ਕਿੰਨਾ ਵੱਡਾ ਕਰਜ਼ਾ ਭੁਗਤਾ ਰਹੇ ਹਾਂ ਕਿ ਰਿਲੀਜੀਅਸ ਬੇਸ 'ਤੇ, ਹੇਟ ਬੇਸ 'ਤੇ ਕੋਈ ਵੀ ਚੀਜ਼, ਕੋਈ ਮਜ਼ਹਬ ਨਹੀਂ ਕਹਿੰਦਾ ਕਿ ਅਸੀਂ ਹੇਟ ਬੇਸ 'ਤੇ ਕੋਈ ਕੰਮ ਕਰੀਏ ਹਿੰਦੂਆਂ ਦੇ ਖਿਲਾਫ ਜਾਂ ਕ੍ਰਿਸਚਨਸ ਦੇ ਖਿਲਾਫ ਜਾਂ ਮੁਸਲਮਾਨਾਂ ਦੇ ਖਿਲਾਫ। ਇਹ ਬਿਲਕੁਲ ਸਿੱਖੀ ਦੇ ਖਿਲਾਫ ਹੈ। ਬਲਕਿ ਜੇ ਤੁਸੀਂ ਗੱਲ ਕਰਦੇ ਹੋ ਸਿੱਖ ਰਾਜ ਦੀ ਤੇ ਸਿੱਖ ਰਾਸ਼ਟਰ ਦੀ, ਤੇ ਉਹ ਤਾਂ ਇਨਕਲੂਸਿਵ ਹੋਣਾ ਚਾਹੀਦਾ ਸਾਰੇ ਧਰਮਾਂ ਦਾ। ਤੇ ਇਹ ਕਹਿਣਾ ਜੀ ਹਿੰਦੂ ਸਾਰੇ ਕੈਨੇਡਾ ਤੋਂ ਨਿਕਲ ਜਾਓ, ਇਹ ਤਾਂ ਇੱਕ ਫੈਂਟੇਸੀ ਹੈ ਜਿਹਨੂੰ ਕਹਿੰਦੇ ਬਚਗਾਨਾ ਜੀ ਸਟੇਟਮੈਂਟ ਹੈ। ਇਹ ਕਿਉਂਕਿ ਇਹ ਲੀਡਰਸ਼ਿਪ ਆਪਣੇ ਆਪ ਨੂੰ ਕਹਾਉਂਦਾ ਪਿਆ ਪੰਨੂ, ਲੇਕਿਨ ਇੱਦਾਂ ਦੀ ਸਟੇਟਮੈਂਟ ਦੇਣਾ ਕਿੰਨੀ ਕੁ ਜਾਇਜ਼ ਹੈ? ਦੇਖੋ, ਇਹ ਮੇਰੇ ਹਿਸਾਬ ਨਾਲ ਸਿੱਖੀ ਦੇ ਖਿਲਾਫ ਹੈ ਕਿ ਕਿਸੇ ਧਰਮ ਦੇ ਨੂੰ ਕਹਿਣਾ ਕਿ ਤੁਸੀਂ ਇੱਥੋਂ ਨਿਕਲ ਜਾਓ। ਜੀ, ਜਿਸ ਦਾ ਕਤਲ ਹੋਇਆ ਸੀ, ਜੋ ਅਣਪਛਾਤੇ ਬੰਦਿਆਂ ਵੱਲੋਂ ਉਹਨੂੰ ਆਇਡੈਂਟੀਫਾਈ ਕੀਤਾ ਗਿਆ, ਉਹਦਾ ਪਿਛੋਕੜ ਕੀ ਸੀ? ਥੋੜ੍ਹਾ ਜਿਹਾ ਉਹਦੇ ਬਾਰੇ ਜਾਣਕਾਰੀ ਦਿਓ, ਇਹਦਾ ਵੱਡਾ ਬਵਾਲ ਜੋ ਮੱਚਿਆ ਹੋਇਆ। ਦੇਖੋ ਜੀ, ਇਸ ਵੇਲੇ ਕੋਈ ਹਾਲੇ ਤੱਕ ਕੈਨੇਡਾ ਦੀ RCMP ਜਾਂ ਹੁਣ ਜੇ ਈਵਨ ਪ੍ਰਾਈਮ ਮਿਨਿਸਟਰ ਆਫ ਕੈਨੇਡਾ ਨੇ ਆ ਕੇ ਹੁਣ ਗੱਲ ਕਰਤੀ ਹੈ, ਪਰ ਕੋਈ ਪ੍ਰੂਫ ਹਾਲੇ ਤੱਕ ਨਹੀਂ ਦਿੱਤਾ। ਕੋਈ ਪ੍ਰੂਫ ਨਹੀਂ। ਉਹਨਾਂ ਨੇ ਕਿਹਾ ਐਲੀਗੇਸ਼ਨਸ ਨੇ, ਕ੍ਰੈਡੀਬਲ ਐਲੀਗੇਸ਼ਨਸ, ਮਤਲਬ ਐਲੀਗੇਸ਼ਨਸ ਨੇ। ਹਾਂ, ਉਹ ਐਲੀਗੇਸ਼ਨਸ ਜਿਹੜੀਆਂ ਨੇ ਉਹ ਅੱਛੀਆਂ ਨੇ ਤੇ ਇਸ ਕਰਕੇ ਅਸੀਂ ਇਹਨੂੰ ਇਨਵੈਸਟੀਗੇਟ ਕਰਕੇ ਫਿਰ ਦੱਸਾਂਗੇ। ਤੇ ਅਸੀਂ ਚਾਹੁੰਦੇ ਹਾਂ ਇੰਡੀਆ ਵੀ ਸਾਡੇ ਨਾਲ ਇਨਵੈਸਟੀਗੇਟ ਕਰੇ। ਬਈ ਜਦ ਤੁਹਾਡੇ ਕੋਲ ਕੋਈ ਪ੍ਰੂਫ ਹੀ ਨਹੀਂ ਹੈ, ਹਾਲੀ ਤੁਸੀਂ ਇਨਵੈਸਟੀਗੇਸ਼ਨ ਸ਼ੁਰੂ ਕਰਨੀ ਹੈ, ਤੇ ਤੁਸੀਂ ਉਸ ਤੋਂ ਪਹਿਲਾਂ ਹੀ ਕਿਵੇਂ ਇੰਨੀ ਵੱਡੀ ਸਟੇਟਮੈਂਟ ਦੇਤੀ ਵੀ ਇੰਡੀਆ ਇਨਵੋਲਵ ਸੀ? ਜੀ, ਠੀਕ ਹੈ। ਜਸਦੀਪ ਜੀ, ਕਿ ਆਪਾਂ ਯੂਨਾਈਟਿਡ ਸਟੇਟ ਅਮਰੀਕਾ 'ਚ ਬੈਠੇ ਹੋਏ ਹਾਂ, ਅਮਰੀਕਾ ਦਾ ਕੀ ਰਿਸਪੌਂਸ ਹੈ ਇੱਥੇ? ਤੁਸੀਂ ਉਹਦੇ ਬਾਰੇ ਵੀ ਥੋੜ੍ਹਾ ਜਿਹਾ ਦੱਸੋ। ਦੇਖੋ ਜੀ, ਮੈਂ ਅੱਗੇ ਵੀ ਕਹਿ ਚੁੱਕਿਆ ਕਿ ਅਮਰੀਕਾ ਵਿੱਚ ਤੁਹਾਨੂੰ ਫਰੀडम ਆਫ ਸਪੀਚ, ਆਜ਼ਾਦੀ ਹੈ। ਤੁਸੀਂ ਆਪਣੇ ਵਿਚਾਰ ਬਿਲਕੁਲ ਖੁੱਲ੍ਹੇ ਤਰੀਕੇ ਨਾਲ ਰੱਖ ਸਕਦੇ ਹੋ। ਜੇ ਕੋਈ ਖਾਲਿਸਤਾਨੀ ਵਿਚਾਰਧਾਰਾ ਦਾ ਹੈ ਉਹ ਖਾਲਿਸਤਾਨ ਦੀ ਮੰਗ ਕਰ ਸਕਦਾ ਹੈ, ਔਰ ਜਿਹੜਾ ਨਹੀਂ ਹੈ ਉਹ ਉਹਦੇ ਬਾਰੇ ਕਹਿ ਸਕਦਾ ਹੈ। ਪਰ ਇੱਕ ਲਾਈਨ ਹੈ
ਕਿ ਤੁਸੀਂ ਉਹ ਲਾਈਨ ਨਾ ਕ੍ਰਾਸ ਕਰੋ। ਤੁਸੀਂ ਪੀਸ ਨਾਲ ਪ੍ਰੋਟੈਸਟ ਕਰੋ, ਆਪਣੀ ਗੱਲ ਕਹੋ ਤੇ ਉਹ ਠੀਕ ਹੈ, ਪਰ ਜਦੋਂ ਵੀ ਤੁਸੀਂ ਕੋਈ ਲਾਈਨ ਲੰਘਣ ਦੀ ਕੋਸ਼ਿਸ਼ ਕਰੋਗੇ, ਵਾਇਲੈਂਸ ਵੱਲ ਜਾਂ ਥ੍ਰੈਟਨ ਕਰੋਗੇ ਜਾਂ ਕੋਈ ਟੈਰਰਿਜ਼ਮ ਦੀ ਐਕਟੀਵਿਟੀ 'ਚ ਇਨਵੋਲਵ ਹੋਗੇ ਤੇ ਉਸ ਵੇਲੇ ਫਿਰ ਕਿਸੇ ਵੀ ਸਰਕਾਰ ਹੋਏ ਮੁਲਕ ਦੀ, ਉਹਨਾਂ ਨੇ ਫਿਰ ਐਕਸ਼ਨ ਲੈਣਾ ਹੈ। ਔਰ ਮੈਂ ਸਮਝਦਾ ਕਿ ਹੁਣ ਤੱਕ ਤੇ ਅਮਰੀਕਾ ਵਿੱਚ ਪੀਸਫੁਲੀ ਪ੍ਰੋਟੈਸਟ ਹੁੰਦੇ ਰਹੇ ਨੇ, ਸਿਵਾਏ ਪਿੱਛੇ ਇੱਕਾ ਦੁੱਕਾ ਇੰਸੀਡੈਂਟਸ ਛੱਡ ਕੇ। ਜਸਦੀਪ ਜੀ, ਕਿ ਕੈਨੇਡਾ ਗਵਰਨਮੈਂਟ ਦੇ ਨਾਲ ਕੋਈ ਸਰਕਾਰ ਦੂਜੀ ਕੋਈ ਕੰਟਰੀਆਂ ਦੀ ਕੁਝ ਖੜੀ ਹੈਗੀ ਹੈ ਜਾਂ ਇੰਡੀਆ ਸਰਕਾਰ ਦੇ ਨਾਲ ਕੁਝ ਸਟੈਂਡ? ਇਸ ਵੇਲੇ ਕੋਈ ਸਰਕਾਰ ਨਹੀਂ ਖੜੀ। ਜਿਹੜੀ ਸੁਣਨ 'ਚ ਜਿਹੜਾ ਆ ਰਿਹਾ ਹੈ ਰਿਪੋਰਟਾਂ ਤੋਂ, ਉਹ ਇਹ ਸੀ ਕਿ ਟਰੂਡੋ ਨੇ ਪੂਰੀ ਕੋਸ਼ਿਸ਼ ਕੀਤੀ ਕਿ G20 ਵਿੱਚ ਇਹ ਮਸਲਾ ਉਠਾਇਆ ਜਾਏ। ਉਹਨਾਂ ਨੇ ਅਮਰੀਕਾ ਨੂੰ ਵੀ ਕਿਹਾ, ਇੰਗਲੈਂਡ ਨੂੰ ਵੀ ਕਿਹਾ, ਆਸਟ੍ਰੇਲੀਆ ਨੂੰ ਵੀ ਕਿਹਾ। ਉਹਨਾਂ ਨੇ ਕਿਹਾ ਇਹ ਤੁਹਾਡੀ ਇਨਵੈਸਟੀਗੇਸ਼ਨ ਹੈ, ਤੁਸੀਂ ਜਾਣੋ ਜੋ ਤੁਸੀਂ ਕਰਨਾ ਹੈ, ਵੀ ਆਰ ਨਾਟ ਗੋਇੰਗ ਟੂ ਗੈਟ ਇਨਵੋਲਵਡ ਇਨ ਇਟ। ਔਰ ਇਹ ਵੀ ਇੱਕ ਸਨਬ ਸੀ ਟਰੂਡੋ ਦੇ ਉੱਪਰ ਜਿਹੜਾ G20 ਵਿੱਚ ਹੋਇਆ ਹੈ। ਔਰ ਡਰੈਸ ਡਾਊਨ ਜਿਹੜਾ ਕੀਤਾ ਗਿਆ ਮੋਦੀ ਨੇ, ਉਹ ਵੀ ਇੱਕ ਉਹਨਾਂ ਨੂੰ ਕਿਧਰੇ ਨਾ ਕਿਧਰੇ ਧੱਕਾ ਲੱਗਾ ਸੀ। ਅਤੇ ਇਹ ਮੈਂ ਸਮਝਦਾ ਕਿ ਸਾਰੀਆਂ ਗੱਲਾਂ ਦਾ ਮਿਕਸ ਰਿਐਕਸ਼ਨ ਸੀ ਜਿਹੜਾ ਟਰੂਡੋ ਨੇ ਕੀਤਾ। ਔਰ ਉਸ ਤੋਂ ਬਾਅਦ ਹੁਣ ਉਹ ਬੈਕ ਟਰੈਕ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦੇ ਕੱਲ੍ਹ ਦੇ ਬਿਆਨ ਸੀ ਕਿ ਮੈਂ ਇੰਡੀਆ ਨਾਲ ਰਿਲੇਸ਼ਨਸ਼ਿਪ ਨਹੀਂ ਖਰਾਬ ਕਰਨਾ ਚਾਹੁੰਦਾ, ਮੈਂ ਇਨਸਟੀਗੇਟ ਨਹੀਂ ਕਰਨਾ ਚਾਹੁੰਦਾ, ਅਤੇ ਉਹ ਕੋਸ਼ਿਸ਼ ਕਰ ਰਹੇ ਨੇ, ਪਰ ਡੈਮੇਜ ਇਸ ਵੇਲੇ ਕਾਫੀ ਹੋ ਚੁੱਕਿਆ ਹੈ। ਕਿਉਂਕਿ ਜਦੋਂ ਕੋਈ ਗੱਲਬਾਤ ਕਰਦਾ ਉਹਦੀ ਬੋਡੀ ਲੈਂਗੁਏਜ ਤੋਂ ਪਛਾਣਿਆ ਜਾਂਦਾ ਹੈ। ਜਸਟਿਨ ਟਰੂਡੋ ਸਾਹਿਬ ਦੀ ਬੋਡੀ ਲੈਂਗੁਏਜ ਤੋਂ ਪਤਾ ਲੱਗਦਾ ਕਿ ਕਹਿ ਕੇ ਫਸ ਗਏ ਨੇ। ਬਿਲਕੁਲ, ਉਹਨਾਂ ਦੀ ਬੋਡੀ ਲੈਂਗੁਏਜ ਤੋਂ ਬਿਲਕੁਲ ਲੱਗ ਰਿਹਾ ਸੀ। ਔਰ ਇਹ ਪੋਲੀਟੀਕਲ ਬਿਆਨ ਹੁੰਦੇ ਨੇ, ਔਰ ਇਹ ਉਹਨਾਂ ਨੇ ਪੋਲੀਟਿਕਸ ਵਿੱਚ ਆ ਕੇ ਇੱਕ ਧੜੇ ਨੂੰ ਖੁਸ਼ ਕਰਨ ਵਾਸਤੇ ਇਹ ਬਿਆਨ ਦੇ ਦਿੱਤਾ, ਕਿਉਂਕਿ ਉਹਨਾਂ ਦੀ ਸਪੋਰਟ ਚਾਹੀਦੀ ਸੀ ਉਹਨਾਂ ਨੂੰ ਉੱਥੇ। ਪਰ ਔਰ ਆਪੋਜੀਸ਼ਨ ਵੀ ਹੁਣ ਜਿਹੜੀ ਕੈਨੇਡਾ ਦੀ ਹੈ, ਉਹ ਵੀ ਹੁਣ ਇਸ ਬਿਆਨ ਦੇ ਖਿਲਾਫ ਖੜੀ ਹੋ ਰਹੀ ਹੈ, ਕਿਉਂਕਿ ਦੋਵਾਂ ਦੇਸ਼ਾਂ ਨੂੰ ਇਹਦੇ ਨਾਲ ਟ੍ਰੇਡ ਵਿੱਚ ਕਾਫੀ ਨੁਕਸਾਨ ਹੋ ਸਕਦਾ ਹੈ। ਪਰ ਮੇਰੇ ਹਿਸਾਬ ਨਾਲ ਇਹਦਾ ਜਿਹੜਾ ਖਮਿਆਜ਼ਾ ਹੈ ਉਹ ਇੱਕ ਆਮ ਸਿੱਖ ਨੂੰ ਨਾ ਭਰਨਾ ਪੈ ਜਾਏ। ਮੈਨੂੰ ਬਸ ਉਸ ਚੀਜ਼ ਦਾ ਹੀ ਫਿਕਰ ਹੈ ਕਿ ਜਿਹੜੀ ਕੈਨੇਡਾ ਵਿੱਚ 8 ਲੱਖ ਸਿੱਖ ਰਹਿੰਦੇ ਨੇ, ਔਰ ਉਹਦੇ ਵਿੱਚੋਂ ਕੁਝ ਸਾਡੇ ਵੀਰ ਖਾਲਿਸਤਾਨੀ ਵਿਚਾਰਧਾਰਾ ਨੇ, ਔਰ ਕੁਝ ਮੈਜੋਰਿਟੀ ਨਹੀਂ ਵੀ ਹੋਣਗੇ, ਅਤੇ ਉਹਨਾਂ ਦੇ ਉੱਪਰ ਜਿਹੜੇ ਜਿਨ੍ਹਾਂ ਦਾ ਇਹਨਾਂ ਚੀਜ਼ਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈ, ਉਹ ਇਹਨਾਂ ਗੱਲਾਂ ਵਿੱਚ ਕਿਧਰੇ ਰਗੜੇ ਨਾ ਜਾਣ। ਜਸਦੀਪ ਜੀ, ਗੱਲਬਾਤ ਕਰਦੇ ਹਾਂ, ਜਦੋਂ ਕੋਈ ਜਹਾਜ਼ ਪਲੇਨ ਇੱਥੋਂ ਕੈਨੇਡਾ ਤੋਂ ਉੱਡੇਗਾ, ਇੰਡੀਆ ਭਾਰਤ ਵਿੱਚ ਉਤਰੇਗਾ, ਜਾਂ ਪੰਜਾਬ ਦੇ ਵਿੱਚ ਜਾਂ ਦਿੱਲੀ ਦੇ ਵਿੱਚ, ਇਮੀਗ੍ਰੇਸ਼ਨ ਦੇ ਵਿੱਚ ਇੱਕ ਵੱਖਰੀ ਨਹੀਂ ਲਾਈਨ ਲੱਗੀ ਹੋਏਗੀ ਉਹਨਾਂ ਦੇ ਵਾਸਤੇ ਚੈੱਕਅਪ ਸਪੈਸ਼ਲ? ਅਸੀਂ ਉਮੀਦ ਕਰਦੇ ਹਾਂ, ਔਰ ਅਸੀਂ ਭਾਰਤ ਸਰਕਾਰ ਨਾਲ ਪੂਰਾ ਇਹ ਠੋਕ ਕੇ ਕਹਾਂਗੇ ਕਿ ਇਹ ਕੁਝ ਇੱਕ ਬੰਦਿਆਂ ਦੀ ਵਿਚਾਰਧਾਰਾ ਨੂੰ ਪੂਰੀ ਸਿੱਖ ਕੌਮ ਦੇ ਉੱਪਰ ਨਾ ਥੋਪਿਆ ਜਾਏ। ਔਰ ਅਸੀਂ ਇਹਦੇ ਵਾਸਤੇ ਬਿਲਕੁਲ ਲੜਾਈ ਕਰਾਂਗੇ ਕਿ ਸਿੱਖ ਜਿਹੜਾ ਹੈ ਉਹ ਜਦੋਂ ਵੀ ਭਾਰਤ 'ਚ ਆਏ ਤਾਂ ਉਹ ਸਿੱਖ ਜਿਹੜਾ ਉਹਦੀ ਇਹ ਵਿਚਾਰਧਾਰਾ ਕੁਝ ਬੰਦਿਆਂ ਦੀ ਸਾਰੇ ਸਿੱਖਾਂ ਦੇ ਉੱਪਰ ਨਹੀਂ ਲਾਗੂ ਹੁੰਦੀ। ਤੁਸੀਂ ਇੱਕ ਸਿੱਖ ਲੀਡਰ ਹੋ, ਤੁਹਾਡੀ ਕਿਸੇ ਨਾਲ ਗੱਲਬਾਤ ਹੋਈ ਹੈ, ਤੁਸੀਂ ਇਹਨਾਂ ਨੂੰ ਸਮਝਾਉਣ ਦੀ ਜਾਂ ਗੱਲਬਾਤ ਕਰਨ ਦੀ, ਡਾਇਲੋਗ ਡਿਲੀਵਰੀ ਦੀ ਕੋਈ ਗੱਲਬਾਤ ਟੇਬਲ ਟੋਕ ਕਿਸੇ ਨਾਲ ਐਮਬੈਸੀ ਦੇ ਨਾਲ? ਕਿ ਅਸੀਂ ਬਿਲਕੁਲ ਕੋਸ਼ਿਸ਼ ਕਰਾਂਗੇ। ਸਾਡਾ ਇਸ ਵੇਲੇ ਮੇਨ ਮੁੱਦਾ ਇਹ ਹੈ ਕਿ ਜਿਹੜਾ ਇਹ ਹਰਦੀਪ ਸਿੰਘ ਨਿੱਜਰ ਦਾ ਜਿਹੜਾ ਇਹ ਕਤਲ ਹੋਇਆ ਸੀ, ਇਹਦੀ ਤਹਿ ਵਿੱਚ ਜਾਈਏ। ਅਸੀਂ ਕੈਨੇਡੀਅਨ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਨੂੰ ਵੀ ਕਹਾਂਗੇ ਕਿ ਜੇ ਤੁਸੀਂ ਬਿਆਨ ਦਿੱਤਾ ਹੈ ਤਾਂ ਸਾਨੂੰ ਇਹਦੀ ਤਹਿ ਤੱਕ ਇਨਵੈਸਟੀਗੇਟ ਕਰਕੇ ਇਹਦੀ ਜਾਣਕਾਰੀ ਦਿਓ, ਤਾਂ ਕਿ ਅੱਛੀ ਸੱਚਾਈ ਦਾ ਪਤਾ ਕਰ ਸਕੀਏ। ਅਤੇ ਜਿਹਨੇ ਵੀ ਕੀਤਾ, ਅਸੀਂ ਇਹਨੂੰ ਉਸ ਵੇਲੇ ਵੀ ਕੰਡੈਮ ਕੀਤਾ ਸੀ, ਹੁਣ ਵੀ ਕਰਦੇ ਹਾਂ। ਔਰ ਕਹਿਣ ਦਾ ਇਸ ਵੇਲੇ ਮੇਰਾ ਇਹੀ ਹੈ ਮਕਸਦ ਕਿ ਜਿਹੜੀ ਟਰੂਡੋ ਗਵਰਨਮੈਂਟ ਹੈ, ਇਸ ਵੇਲੇ ਸਿੱਖਾਂ ਨੂੰ ਪੋਲੀਟੀਕਲੀ ਯੂਜ਼ ਨਹੀਂ ਕਰਨਾ ਚਾਹੀਦਾ ਕੈਨੇਡਾ ਦੇ। ਉਹਨਾਂ ਵਾਸਤੇ ਜੇ ਤੁਹਾਡੇ ਕੋਲ ਕੋਈ ਸਬੂਤ ਨੇ ਤਾਂ ਸਾਨੂੰ ਦੱਸੋ, ਕੌਮ ਨੂੰ ਦੱਸੋ। ਸਿਵਾਏ ਹਵਾ ਵਿੱਚ ਤੀਰ ਮਾਰਨੇ ਔਰ ਇੱਕ ਸਟੇਟਮੈਂਟ ਦੇ ਦੇਣੀ, ਗੁੰਮਰਾਹ ਕਰਨਾ, ਉਹ ਕੰਮ ਨਾ ਕਰੋ। ਇਹ ਸੀ ਸਿੱਖ ਲੀਡਰ ਜਸਦੀਪ ਸਿੰਘ ਜੱਸੀ। ਤੁਸੀਂ ਦੇਖ ਰਹੇ ਹੋ ਦੇਸ਼ ਵਿਦੇਸ਼ ਦੇ ਮੁੱਦੇ। ਨੈਕਸਟ ਵੀਕ ਅਗਲੀ ਨਵੀਂ ਅਪਡੇਟ ਦੇ ਨਾਲ ਫਿਰ ਮਿਲਾਂਗੇ, ਫਿਰ ਮੁਲਾਕਾਤ ਹੋਵੇਗੀ। ਤਬ ਤੱਕ ਲਈ ਸਤਿ ਸ਼੍ਰੀ ਅਕਾਲ।